गुरु प्यारी साध संगत जी, गुरु नानक नाम लेवा सरबत माई भाई नूं गुरु की फतेह अर्ज करदा हाँ। वाहिगुरू जी का खालसा, वाहिगुरू जी की फतेह। गुरु प्यारिओ, अज मेरा लाइव होने का मकसद किसी एजेंसी जां ईरखा दे विच नहीं, सिखां दे घर जन्म लिया है ਅਤੇ हमेशा सिख कौम ਦੇ ਦਰਦੀ ਰਹੇ ਹਾਂ। ਜਦੋਂ ਵੀ ਸਿੱਖ ਕੌਮ ਦੀਆਂ ਮੰਗਾਂ ਦਾ ਵੇਲਾ ਚੱਲਿਆ ਜਾਂ ਮਾੜੇ ਦਿਨ ਆਏ ਤਾਂ ਸਾਰਾ ਟਾਈਮ ਵਿੱਚ ਹੋ ਕੇ ਨਿਕਲਿਆ। ਬੜੀ ਬਰੀਕੀ ਦੇ ਨਾਲ ਵੇਖਿਆ ਅਤੇ ਹਮੇਸ਼ਾ ਹੀ ਚੰਗਾ ਸੋਚਣ ਦੀ ਕੋਸ਼ਿਸ਼ ਕੀਤੀ। ਹੁਣ ਸਿੱਖਾਂ ਦੇ ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਜਿੰਦ ਜਾਨ ਤੋਂ ਪਿਆਰੇ ਹਨ ਤੇ 1925 ਤੋਂ ਬਾਅਦ ਬੜੇ ਸੰਘਰਸ਼ਾਂ ਤੋਂ ਬਾਅਦ ਇੱਕ ਫੈਸਲਾ ਨਿਕਲ ਕੇ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਕਿਉਂਕਿ ਦੂਜੇ ਧਰਮਾਂ ਦੇ ਵਿੱਚ ਜਿਹੜੇ ਮਨੁੱਖ ਸਨ ਉਹ ਪਹਿਲਾਂ ਸਾਡੇ ਤੋਂ ਪੁਰਾਣੇ ਧਰਮ ਹੋਣ ਕਰਕੇ ਸਮੇਂ ਦੀ ਰਫ਼ਤਾਰ ਨੂੰ ਸਮਝ ਚੁੱਕੇ ਸਨ। ਉਹਨਾਂ ਸਿੱਖਾਂ ਨੂੰ ਆਪਸ ਵਿੱਚ ਖਿਡਾਉਣ ਵਾਸਤੇ ਸਾਡੇ ਗੁਰਦੁਆਰਾ ਸਾਹਿਬਾਂ ਦੀ ਸਾਂਭ ਸੰਭਾਲ ਵਾਸਤੇ ਜੋ ਐਕਟ ਬਣਾਇਆ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰ ਦਿੱਤੀ ਗਈ, ਜਿਸ ਦੀ ਇਲੈਕਸ਼ਨ ਹੋਣ ਡੈ ਪਈ। ਮੈਂ ਗੱਲ ਨੂੰ ਨੇੜੇ ਲਿਆਉਂਦਾ ਹੋਇਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਸਾਲ ਬਾਅਦ ਪ੍ਰਧਾਨ ਚੁਣਦੀ ਆਉਂਦੀ ਹੈ ਤੇ ਬੜੇ ਸਮੇਂ ਤੋਂ ਇਸ ਦੇ ਪ੍ਰਧਾਨਾਂ ਦਾ ਜਿਹੜਾ ਜੀਵਨ ਜਾਂ ਮੈਂ ਉਹਨਾਂ ਦਾ ਕਾਲ ਹੀ ਜਦੋਂ ਉਹਨੂੰ ਵਾਚਦਾ ਹਾਂ ਤੇ ਜਦੋਂ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਬਣੇ ਤਾਂ ਕਦੀ ਉਹ ਸੈਕਟਰੀ ਕਦੀ ਪ੍ਰਧਾਨ 6-7 ਵਾਰੀ ਮੈਂਬਰਾਂ ਦੇ ਵਿੱਚ ਆਜ਼ਾਦੀ ਸੀ ਤੇ ਇੱਕ ਉਹ ਆਪਣਾ ਚੰਗਾ ਆਚਰਣ ਵਿਖਾ ਕੇ ਉਹਨਾਂ ਨੂੰ ਪ੍ਰਧਾਨ ਬਣਾਉਂਦੇ ਰਹੇ। ਇਸੇ ਤਰ੍ਹਾਂ ਹੀ ਜਦੋਂ ਟੌੜਾ ਸਾਹਿਬ ਵੀ ਰਹੇ ਤਾਂ ਟੌੜਾ ਸਾਹਿਬ ਵੀ ਵਧੀਆ ਧਾਰਮਿਕ ਇਨਸਾਨਾਂ ਨੂੰ ਜੀਵਨ ਵਾਲਿਆਂ ਨੂੰ ਅੱਗੇ ਲਿਆਉਂਦੇ ਸਨ। ਪਰ ਬਦਕਿਸਮਤੀ ਹੋਈ ਜਦੋਂ ਪ੍ਰਕਾਸ਼ ਸਿੰਘ ਬਾਦਲ ਦੁਰਯੋਧਨ ਰੂਪੀ ਹੋ ਕੇ ਆ ਚੰਬੜਿਆ ਅਤੇ ਲੋਹ ਲਾਲਚਾਂ ਦੇ ਵਿੱਚ ਪਾ ਕੇ ਸਾਡੇ ਮੈਂਬਰਾਂ ਨੂੰ ਧਰਮ ਦੇ ਨਾਲੋਂ ਵੈਸੇ ਹੀ ਉਖੇੜ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਸੀਂ ਸਾਧ ਸੰਗਤ ਗੁਰਦੁਆਰਾ ਸਾਹਿਬਾਂ ਦੀ ਸਾਂਭ ਸੰਭਾਲ, ਗੋਲਕ ਦੀ ਗਿਣਤੀ ਜਾਂ ਜਿੰਨੇ ਥੱਲੇ ਅਧਾਰੇ ਚੱਲਦੇ ਹਨ ਉਹਨਾਂ ਦਾ ਧਿਆਨ ਰਖਵਾਲੀ ਜਾਂ ਸਾਡੇ ਜਿਹੜੇ ਇਤਿਹਾਸ ਉੱਥੇ ਨਵੇਂ ਸਿਰੇ ਰਚਨਾ ਹੈ, ਨਵੇਂ ਸਿਰੇ ਪ੍ਰਚਾਰ ਕਰਨਾ ਹੈ, ਜਿਸ ਤਰ੍ਹਾਂ ਅਜਾਇਬ ਘਰ ਹੈ ਜਾਂ ਜੋ ਸਾਡੀਆਂ ਪੁਰਾਤਨ ਜਿਹੜੀਆਂ ਤਵਾਰੀਖਾਂ ਹਨ ਉਹਨਾਂ ਨੂੰ ਸਾਂਭ ਸੰਭਾਲ ਵਾਸਤੇ ਬਣਾਇਆ ਜਾਂਦਾ ਹੈ। ਪਰ ਇਹਨਾਂ ਦੀ ਰੂਪ ਰੇਖਾ ਇੰਨੀ ਵਿਗੜ ਗਈ ਕਿ ਇਹ ਜਦੋਂ ਬਣ ਜਾਂਦੇ ਹਨ ਸੰਗਤਾਂ ਤਾਂ ਇਹਨਾਂ ਨੂੰ ਸੰਗਤ ਰੂਪੀ ਚੁਣ ਕੇ ਇੱਕ ਗੁਰੂ ਦੀ ਸਾਂਭ ਸੰਭਾਲ ਵਾਸਤੇ ਬਣਾਉਂਦੇ ਹਨ, ਪਰ ਇਹ ਅੱਗੇ ਜਾ ਕੇ ਇੱਕ ਪਾਰਟੀ ਦਾ ਰੂਪ ਧਾਰਨ ਕਰ ਜਾਂਦੇ ਹਨ, ਜਿਹੜੀ ਬੜੀ ਹੀ ਦੁੱਖ ਵਾਲੀ ਗੱਲ ਹੈ। ਇਸ ਦਹਾਕੇ ਦੇ ਵਿੱਚ ਜੋ ਕੁਝ 328 ਸਰੂਪ ਹੋਣ, ਸੌਦਾ ਸਾਧ ਨੂੰ ਮਾफ़ ਕਰਨਾ ਹੋਵੇ ਜਾਂ ਹੋਰ ਜਿੰਨੀਆਂ ਵੀ ਸਿੱਖ ਕੌਮ ਦੇ ਵਿੱਚ ਇਹ ਦੁਰਘਟਨਾ ਵਾਪਰੀਆਂ ਹਨ, ਇਹ ਕੀ ਕਰਦੇ ਨੇ ਆਪਣੇ ਮਨਮਤੀਏ ਫੈਸਲੇ ਕਰਾ ਕੇ ਮਾफ़ ਕਰ ਜਾਂਦੇ ਹਨ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਜੀ ਦੇ ਨਾਲ ਜਿੱਥੇ ਜਿੱਥੇ ਵੀ ਕਿਸੇ ਨੇ ਧੋਖਾ ਕੀਤਾ ਜਾਂ ਦਗਾ ਦਿੱਤਾ, ਜਿਵੇਂ ਪੈਂਡੇ ਖਾਂ ਹੀ ਸਤਿਗੁਰ ਨੇ ਉਹਨੂੰ ਆਪ ਵੱਢਿਆ ਫਿਰ, ਜਾਂ ਜੇਕਰ ਦੁਨੀ ਚੰਦ ਗੁਰੂ ਸਾਹਿਬ ਜੀ ਨੂੰ ਛੱਡ ਕੇ ਆਇਆ ਤਾਂ ਲੋਕ ਹਾਲੇ ਤਾਈਂ ਫਿਟਕਾਂ ਪਾਉਂਦੇ ਹਨ। ਜੇ ਗੰਗੂ ਨੇ ਗੁਰੂ ਸਾਹਿਬ ਦਾ ਲੂਣ ਖਾ ਕੇ ਹਰਾਮ ਕੀਤਾ ਤਾਂ ਤਵਾਰੀਖ ਬਣਦੀ ਹੈ। ਸੋ ਇਹਨਾਂ ਮੈਂ ਆਪਣੇ ਵੀਰਾਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਜਿਹੜੇ ਤੁਸੀਂ ਕਹਿੰਦੇ ਨਾ ਕਿ ਅਸੀਂ ਇਹਨਾਂ ਤੋਂ ਛੁੱਟ ਗਏ ਹਾਂ ਗੱਲਾਂ ਤੋਂ, ਅਸੀਂ ਮਾਫੀਆਂ ਮੰਗ ਲਈਆਂ ਹਨ, ਨਹੀਂ, ਗੁਰੂ ਦਾ ਇਤਿਹਾਸ ਹਮੇਸ਼ਾ ਤਵਾਰੀਖ ਲਿਖੀ ਜਾਂਦੀ ਹੈ ਕਿ ਕਿਹੜਾ ਸਿੱਖ ਗੁਰੂ ਦੇ ਨਾਲ ਚੱਲਿਆ ਹੈ ਅਤੇ ਕਿਹੜੇ ਸਿੱਖ ਨੇ ਗੁਰੂ ਨੂੰ ਧੋਖਾ ਦਿੱਤਾ ਹੈ।
ਮੇਰੇ ਵੀਰੋ, ਤੁਹਾਡਾ ਇਜਲਾਸ ਹੋਇਆ। ਇਜਲਾਸ ਦੇ ਵਿੱਚ 4-5 ਮੈਂਬਰ ਬੋਲੇ, ਜਿਨ੍ਹਾਂ ਵਿੱਚ ਇੱਕ ਔਰਤ ਬੀਬੀ ਕਿਰਨਜੋਤ ਕੌਰ, ਜਿਸ ਦੀ ਮਾਤਾ ਸੰਤ ਸਿਪਾਹੀ ਰਸਾਲੇ ਦੀ ਸੰਪਾਦਕ ਸੀ, ਸਿੱਖੀ ਦਾ ਪ੍ਰਚਾਰ ਕਰਦੀ ਸੀ, ਸਿੱਖਾਂ ਨੂੰ ਜਗਾਉਂਦੀ ਸੀ, ਜਿਹਦੇ ਅੱਜ ਬਦੌਲਤ ਮੈਂ ਵੀ ਇੱਥੋਂ ਤਾਈਂ ਆਇਆ ਹਾਂ। ਉਹ ਰਸਾਲਾ ਪੜ੍ਹ ਕੇ ਹੀ ਮੈਂ ਸਿੱਖੀ ਧਾਰਨ ਕੀਤੀ ਸੀ। ਸੋ ਮੈਂ ਗੁਰੂ ਵਾਲਾ ਬਣਿਆ, ਮੈਨੂੰ ਜਾਗ ਆਈ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਮਾਤਾ ਰਾਜ ਸਭਾ ਦਾ ਮੈਂਬਰ ਵੀ ਰਹੀ ਸੀ, ਅਤੇ ਰਾਜ ਸਭਾ ਦੇ ਮੈਂਬਰ ਉਹਨੂੰ ਇਸ ਕਰਕੇ ਬਣਾਇਆ ਗਿਆ ਸੀ ਕਿਉਂਕਿ ਉਹ ਸਿੱਖਾਂ ਦੀ ਬੜੀ ਵੱਡੀ ਇੱਕ ਪ੍ਰਚਾਰਕ ਸੀ। ਰਾਜ ਸਭਾ ਮੈਂਬਰ ਤਾਂ ਬਾਅਦਾਂ ਬਣਦੇ ਹਨ। ਉਹ ਇੱਕ ਸਿੱਖ ਧਰਮ ਦੀ ਦਲੇਰ ਔਰਤ ਸੀ, ਜਿਸ ਨੂੰ ਪਤਾ ਨਹੀਂ ਕਿਸ ਤਰ੍ਹਾਂ ਹੀ, ਜਿਸ ਤਰ੍ਹਾਂ ਚੰਗੇ ਚੰਗੇ ਹੀਰੇ ਚੁਣ ਚੁਣ ਕੇ ਮਾਰੇ, ਇਸੇ ਤਰ੍ਹਾਂ ਉਹਨੂੰ ਵੀ ਬਲੀ ਦਾ ਬੱਕਰਾ ਬਣਾ ਦਿੱਤਾ। ਉਸ ਦੇ ਪ੍ਰਚਾਰ ਨੇ ਕਦੀ ਦੋ ਵੰਡਾਂ ਨਹੀਂ ਪੈਣ ਦਿੱਤੀਆਂ ਸਨ ਕਿ ਇਹ ਟਕਸਾਲੀ ਹੈ, ਇਹ ਮਸ਼ੀਨਰੀ ਹੈ। ਮਿੱਤਰੋ, ਹੈ ਸਾਰੇ ਸਿੱਖ ਹਨ। ਗੁਰੂ ਦੀ ਸਿੱਖੀ 'ਤੇ ਚੱਲਣਾ ਹੈ, ਗੁਰੂ ਦੀ ਸਿੱਖਿਆ ਲੈਣੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਦੇ ਅਨੁਸਾਰ ਜੀਵਨ ਢਾਲਣਾ ਹੈ। ਹੁਣ ਉਸ ਦੀ ਧੀ ਬੀਬੀ ਕਿਰਨਜੋਤ ਕੌਰ ਨੇ ਜਿਸ ਤਰ੍ਹਾਂ, ਜੇਕਰ ਸੌਦਾ ਸਾਧ ਦੀ ਗੱਲ ਹੋਵੇ ਤਾਂ ਉਸਨੇ ਲਲਕਾਰ ਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਇਹਨਾਂ ਗੱਲਾਂ 'ਤੇ ਪੂਰਾ ਨਹੀਂ ਉਤਰ ਸਕਿਆ। ਜੇਕਰ ਇਜਲਾਸ ਦੇ ਵਿੱਚ ਗੱਲ ਹੋਵੇ ਤਾਂ ਉਸਨੇ ਖੜਕ ਕੇ ਇਹ ਗੱਲ ਆਖੀ ਕਿ ਗੁਰੂ ਸਾਹਿਬ ਦੀ ਜਿਹੜੀ 328 ਸਰੂਪਾਂ ਦਾ ਮਸਲਾ ਹੈ, ਇਹ ਹਾਲੇ ਠੀਕ ਨਹੀਂ ਹੋਇਆ, ਤੁਸੀਂ ਵੈਸੇ ਦਮਗੱਜੇ ਮਾਰ ਰਹੇ ਜੇ। ਜੇਕਰ ਗੱਲ ਸਿੱਖੀ ਪ੍ਰਚਾਰ ਦੀ ਹੋਵੇ ਤੇ ਤਾਂ ਵੀ ਉਸਨੇ ਇਹ ਗੱਲ ਕਹੀ ਕਿ ਜੇਕਰ ਤਨਖਾਹ ਰੂਪੀ ਪੈਸੇ ਹੀ ਵੰਡੀ ਜਾਣੇ ਹਨ ਤਾਂ ਫਿਰ ਇਹਨਾਂ ਨੂੰ ਲੋਕ ਲਾ ਦੇਣੇ ਚਾਹੀਦੇ ਹਨ। ਸੋ ਮੇਰੀ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕਿ ਤੁਹਾਨੂੰ ਜਿਸ ਕਰਕੇ ਅਸੀਂ ਸੰਗਤੀ ਰੂਪ ਵਿੱਚ ਚੁਣਦੇ ਹਾਂ, ਅੱਜ ਆਪਣੀ ਜ਼ਮੀਰ 'ਤੇ ਪਹਿਰਾ ਦਿਓ। ਤੁਹਾਨੂੰ ਸੰਗਤ ਆਵਾਜ਼ਾਂ ਮਾਰ ਰਹੀ ਹੈ, ਐਸੀ ਔਰਤ ਨੂੰ ਪ੍ਰਧਾਨ ਬਣਾਓ ਜੋ ਤੁਹਾਡੇ ਪੇਪਰਾਂ ਵਿੱਚੋਂ ਪਾਸ ਹੋਈ ਹੈ। ਹੋਰ ਤੁਸੀਂ ਸਾਰੇ ਸਾਡੇ ਵੀਰ ਜੇ, ਅਸੀਂ ਤੁਹਾਨੂੰ ਚੁਣ ਕੇ ਭੇਜਿਆ ਹੈ, ਸਾਡੇ ਸਿੱਖ ਜੇ, ਅਤੇ ਸਿੱਖ ਹਮੇਸ਼ਾ ਹੀ ਏਕਤਾ ਦਾ ਸਬੂਤ ਦਿੰਦਾ ਹੈ। ਤੁਸੀਂ ਜਿਸ ਤਰ੍ਹਾਂ ਕੋਈ ਕੁਕੜੀ ਦੇ ਦਾਲੇ ਦਾਲੇ ਚੂਚੇ ਭੱਜੇ ਫਿਰਦੇ ਹਨ, ਜਦੋਂ ਬਾਦਲ ਦਾ ਲੜਕਾ ਆਣ ਕੇ ਹੌਸਪੀਟਲ ਵਿੱਚ ਗੁਰੂ ਰਾਮਦਾਸ ਜਾਂ ਹੋਰ ਕਿਤੇ ਬੈਠਦਾ ਹੈ ਤੇ ਤੁਸੀਂ ਉਸ ਦੀ ਹਾਂ ਨਾ ਹਾਂ ਮਿਲਾ ਦਿੰਦੇ ਜੇ। ਕਿਉਂ ਮਿਲਾਉਂਦੇ ਜੇ? ਸਾਨੂੰ ਇਹ ਵੀ ਪਤਾ ਹੈ। ਤੁਹਾਡੇ ਬਹੁਤਿਆਂ ਦੇ ਭਾਈ ਭਤੀਜਾਵਾਦ ਬੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਕਰਦੇ ਹਨ। ਤੁਹਾਨੂੰ 60 ਕੋ ਬੁਢਾਪਾ ਆਵੇ, ਇਸ ਤੋਂ ਉੱਤੇ ਕੋਈ ਘਰ ਦਾ ਕੰਮ ਨਹੀਂ ਹੈ, ਜਿਸ ਕਰਕੇ ਤੁਸੀਂ ਆਪਣਾ ਮਨੋਰੰਜਨ ਬਣਾਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਮਿਆਦ ਵੱਧ ਤੋਂ ਵੱਧ 5 ਸਾਲ ਹੋਣੀ ਚਾਹੀਦੀ ਹੈ। ਉਸ ਤੋਂ ਉੱਪਰ ਕੋਈ ਨਵਾਂ ਮੈਂਬਰ ਚੁਣਨਾ ਚਾਹੀਦਾ ਹੈ, ਪਹਿਲੇ ਨੂੰ ਕਦੇ ਵੀ ਟਾਈਮ ਨਹੀਂ ਦੇਣਾ ਚਾਹੀਦਾ। ਪਰ ਬਦਕਿਸਮਤੀ ਸੈਂਟਰ ਸਰਕਾਰ ਦੇ ਹੱਥ ਸਿੱਖਾਂ ਦੀ ਵਾਗਡੋਰ ਆਈ ਹੈ ਅਤੇ ਉਹ ਜੋ ਵੀ ਏਜੰਸੀ ਰੂਪ ਹੋ ਕੇ ਸਿੱਖ ਆਪਣੇ ਧਰਮ ਨੂੰ ਛੱਡ ਕੇ ਉਹਨਾਂ ਦੇ ਨਾਲ ਚੱਲਦੇ ਹਨ, ਉਹਨਾਂ ਨੂੰ ਹਮੇਸ਼ਾ ਵਾਸਤੇ ਅੱਗੇ ਲਾਇਆ ਜਾਂਦਾ ਹੈ। ਕੁਝ ਆਪਣੇ ਅੰਦਰ ਝਾਤੀ ਮਾਰੋ, ਇਹ ਦੁਨੀਆ ਛੱਡ ਜਾਣੀ ਹੈ। ਅਤੇ ਜੇਕਰ ਤੁਸੀਂ ਆਪਣੇ ਪਿਛਲੇ ਅਰਸੇ ਪੇਪਰਾਂ ਦੇ ਵਿੱਚ ਧਿਆਨ ਮਾਰੋ ਤੇ ਮੇਰੇ ਖਿਆਲ ਦੇ ਵਿੱਚ ਬੀਬੀ ਕਿਰਨਜੋਤ ਕੌਰ ਹੈ ਜੋ, ਉਹ ਤੁਹਾਡੇ ਸਾਰਿਆਂ ਦੇ ਵਿੱਚੋਂ ਇੱਕ ਦਲੇਰ, ਸਿਆਣੀ, ਵਿਦਵਾਨ ਔਰਤ ਹੋ ਕੇ ਵਿਚਰਦੀ ਰਹੀ ਹੈ। ਤੁਹਾਡੇ ਮੇਨ ਕੰਮ, ਜਿਸ ਤਰ੍ਹਾਂ ਸਾਡਾ ਧਰਮ, ਸਾਡਾ ਸੀਸ ਤਾਂ ਲੱਥ ਜਾਂਦਾ ਸੀ, ਪਰ ਅਸੀਂ ਆਪਦੇ ਸਰੀਰ ਨਾਲੋਂ ਕਦੀ ਵੀ ਆਪਣੇ 5 ਕਕਾਰ ਵੱਖਰੇ ਨਹੀਂ ਕਰਦੇ ਸਾਂ। ਮੈਂ ਜਹਾਜ਼ਾਂ ਵਿੱਚ ਆਮ ਸਫ਼ਰ ਕਰਦਾ ਰਹਿੰਦਾ ਹਾਂ। ਜਦੋਂ ਵੀ ਕਿਸੇ ਜਹਾਜ਼ ਵਿੱਚ ਕੋਈ ਵੀ ਕੰਪਨੀ ਹੋਵੇ, ਸਾਨੂੰ ਕਿਤੇ ਵੀ ਸਾਨੂੰ ਕਕਾਰ ਪਹਿਨਣ ਦੀ ਸਾਡੀ ਕਿਰਪਾਨ ਲਵਾ ਕੇ ਪਹਿਲਾਂ ਰੱਖ ਲੈਂਦੇ ਹਨ। ਕੀ ਕਦੀ ਤੁਸੀਂ UNO ਵਿੱਚ ਜਾਂ ਕਦੀ ਕਿੰਨੀ ਵਾਰ ਤੁਸੀਂ ਪ੍ਰਧਾਨ ਮੰਤਰੀ ਨੂੰ ਜਾਂ ਕਿਸੇ ਨੂੰ ਜਾ ਕੇ ਮਿਲੇ ਜੀ? ਤੁਸੀਂ ਦੇ ਮਿੱਤਰੋ ਇੱਕ ਟਿਕਟਾਂ ਕਟਾਈਆਂ, ਝੂਟੇ ਲੈ ਲਏ ਕਿ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ। ਇਹ ਦੇਣੀਆਂ ਲੈਣੀਆਂ ਜ਼ਰੂਰ ਪੈਣੀਆਂ ਹਨ, ਕਿਤੇ ਅੰਦਰ ਆਪਣੇ ਨਿਗਾਹ ਮਾਰਿਓ। ਸੋ ਮੇਰੀ ਫਿਰ ਬੇਨਤੀ ਹੈ ਕਿ ਐਤਕੀ ਹੁਣ ਤੇ ਹਿੰਦੁਸਤਾਨ ਦੀਆਂ, ਭਾਰਤ ਦੀਆਂ ਅਦਾਲਤਾਂ ਨੇ ਵੀ ਇਹ ਕਹਿ ਦਿੱਤਾ ਹੈ ਕਿ ਜਾਂ ਤਾਂ ਧਰਮੀ ਹੋਣ ਦਾ ਸਬੂਤ ਦਿਓ ਜਾਂ ਸਿਆਸੀ ਹੋਣ ਦਾ ਦੱਸੋ। ਅਤੇ ਤੁਸੀਂ ਗੁਰੂ ਨੂੰ ਧੋਖਾ ਦੇ ਰਹੇ ਜੇ
ਜਿਹਦੇ ਵਾਸਤੇ ਅਸੀਂ ਤੁਹਾਨੂੰ ਵੋਟਾਂ ਪਾ ਕੇ ਬੜੇ ਸ਼ੌਂਕ ਨਾਲ ਚੁਣਿਆ ਸੀ। ਸੋ ਇਸ ਕਰਕੇ ਆਪਣੇ ਆਪ ਨੂੰ ਮਰਜੀਵੜੇ ਸਮਝ ਕੇ ਇੱਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਚੰਗੇ ਵਧੀਆ ਸਿੱਖ ਹੋਣ ਦਾ ਮੌਕਾ ਹੈ। ਇਸ ਕਰਕੇ ਐਤਕੀ ਪ੍ਰਧਾਨ ਚੁਣਨ ਦਾ ਮੌਕਾ ਉਸ ਬੀਬੀ ਨੂੰ ਦਿਓ, ਨਹੀਂ ਤਾਂ ਕਿਸੇ ਹੋਰ ਚੰਗੇ ਵਿਅਕਤੀ ਨੂੰ, ਇਹ ਨਹੀਂ ਕਿ ਜਿਹੜਾ ਸੁਖਬੀਰ ਜੀ ਦੀ ਪਰਚੀ ਵਿੱਚੋਂ ਨਿਕਲ ਆਵੇ ਤੁਸੀਂ ਉਸ ਨੂੰ ਹੀ ਮਗਰੋਂ ਆਖ ਦਿਓ ਬੋਲੇ ਸੋ ਨਿਹਾਲ। ਇਹ ਨਹੀਂ ਗੱਲ ਠੀਕ। ਸੋ ਮੇਰੀਆਂ ਬੇਨਤੀਆਂ ਇੰਨੀਆਂ ਪ੍ਰਵਾਨ ਕਰ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।